सबसे ज़्यादा औरतें जहन्नम में होंगी या जन्नत में, ये हदीस सुने। और उसके बाद औरतों ने जहाँ पे आग चुकी हुई है कि हमारे पाँव के नीचे जन्नत है, ये भी हदीस सुने। सुने ज़रा। ये हदीस सहीह बुखारी और सहीह मुस्लिम में बयान की गई है कि नबी करीम सल्लल्लाहु अलैहि वसल्लम ने फरमाया, मुझे दोज़ख दिखाई गई तो मैंने देखा कि उसके ज्यादातर बाशिंदे औरतें हैं जो नाशकरी करती हैं। लोगों ने अर्ज किया, क्या वो अल्लाह की नाशकरी करती हैं? आप उस वसल्लम ने फरमाया, वो अपने शौहर की नाशकरी करती हैं और एहसान फरामोशी करती हैं। अगर तुम जिंदगी भर उनके साथ भलाई करते रहो, फिर भी अगर कभी कोई बात उनकी मर्जी के खिलाफ हो जाए तो फौरन कह देंगी, मैंने तुमसे कभी कोई भलाई नहीं देखी। सही बुखारी। सर, सही बुखारी की ये हदीस सुनी कि नबी करीम सल्लल्लाहु अलैहि वसल्लम स्पेशल औरतों से मुखातब हुए और उन्होंने कहा कि सदका खैरात क्या करें, ताकि आपने शुक्री करती हैं अपने खामदों की, यानी अपने हस्बैंड की खुद शुक्री करती हैं। हजूर उन्हें तंबीह फरमा रहे हैं कि मैं आपको सबसे ज़्यादा जहन्नम में देख रहा हूँ। अभी ये सूरत हाल है, यूरोप में देख लें, पाकिस्तान में देख लें, या कहीं भी किसी मुल्क में देख लें, अमेरिका कनाडा में देख लें, कि औरतों ने तो आग चुकी हुई है। वो कहती है हमारे पाँव के नीचे जन्नत है, हमें ये गवर्नमेंट ने इख्तियार दिए हैं, हम जो मर्जी करें, हम हमें बेनिफिट मिल रहे हैं, हम इसकी मालिक हैं, घर की मालिक हैं। मैं खावंदों की तो यकीन माने कुत्ते जितनी इज्जत नहीं कई जगह पे ना। ये सूरत हाल है, औरतों का राज है। उसकी राज की वजह क्या है? राज की वजह यह है कि जिस बंदे के पास लोकल आप लेके जाते हैं, वो कुछ समझाने वाला बंदा होता है, या कोई टीम बनी होती है, वो टीम में से आधे तो भाईजान वो बंदे ਨੂੰ 4 ਸਾਲ ਪਹਿਲੇ ਲੱਭੇ ਹੁੰਦੇ ਨੇ ਜੀ ਜਾਣਾ, ਤੇ 4 ਉੱਥੋਂ ਜਨਰੇਟ ਹੋ ਜਾਂਦੇ, ਉਹ ਬਾਜੀ ਦੇ ਭਰਾ ਬਣ ਜਾਂਦੇ ਨੇ। ਉਹ ਬਾਜੀ ਦੇ ਭਰਾ ਬਣ ਜਾਂਦੇ ਨੇ, ਉਹ ਸਾਰੇ ਕੇਸ ਦਾ ਬੇੜਾ ਗਰਕ ਕਰਦੇ ਨੇ। ਉਹ ਬੰਦੇ ਨੂੰ ਇੱਕ ਵਾਰੀ ਵੀ ਸਲਾਹ ਨਹੀਂ ਉਹਦੀ ਕਰਦੇ, ਨਾ ਕਰਨ ਦੀ ਕੋਸ਼ਿਸ਼ ਕਰਦੇ ਨੇ। ਬਾਜੀ ਨੂੰ ਘੰਟੇ ਬਾਅਦ ਫੋਨ ਕਰਦੇ, ਬਾਜੀ ਸੈੱਟ ਹੋ, ਬਾਜੀ ਸਰੀਰ ਤੇ ਸਮਾਨ ਤੇ ਨਹੀਂ ਲੈਣਾ, ਬਾਜੀ ਕੁਛ ਕਰਨਾ ਤੇ ਨਹੀਂ। ਯਾਰ ਮੈਨੂੰ ਸਮਝ ਨਹੀਂ ਆਉਂਦੀ ਇਹ ਹੋਣ ਡਿਆ। ਤੇ ਬਹਿਰਹਾਲ ਜੋ ਵੀ ਹੈ, ਔਰਤਾਂ ਦਾ ਫਿਰ ਉਹਦੇ ਬਾਅਦ ਔਰਤਾਂ ਦਾ ਇੱਕ ਹੋਰ ਬੜਾ ਵੱਡਾ ਕੰਮ ਹੁੰਦਾ ਹੈ। ਉਹਨਾਂ ਦੇ ਕੋਈ ਭੈਣ ਅਮਰੀਕਾ ਰਹਿੰਦੀ, ਕੋਈ ਕੈਨੇਡਾ ਰਹਿੰਦੀ, ਕੋਈ ਪਾਕਿਸਤਾਨ ਰਹਿੰਦੀ, ਕੋਈ ਜਰਮਨੀ ਰਹਿੰਦੀ, ਕੋਈ ਕਿੱਥੇ ਰਹਿੰਦੀ, ਉਹਨਾਂ ਗੈਂਗ ਬਣ ਜਾਂਦਾ। ਉਹ ਫਿਰ ਸਾਰਾ ਦਿਨ ਕਹਿੰਦੀਆਂ ਨਾ ਹੈ ਨਹੀਂ, ਫਿਰ ਤੇਰਾ ਖਿਆਲ ਹੀ ਰੱਖਦਾ, ਤੈਨੂੰ ਜੇਵਰ ਨਹੀਂ ਬਣਾ ਕੇ ਦਿੱਤਾ, ਤੇ ਮੈਨੂੰ 50 ਤੋਲੇ ਬਣ ਗਿਆ। ਕੋਈ ਲੇਬਰ ਦਾ ਰੌਲਾ, ਕੋਈ ਘਰ ਦਾ ਰੌਲਾ, ਕੋਈ ਪੈਸਾ ਦਾ ਰੌਲਾ, ਪੈਸਿਆਂ ਦੀ ਹਵਸ। ਅਸੀਂ ਸਭ ਕੁਝ ਭੁੱਲ ਚੁੱਕੇ ਹਾਂ। ਸਰ ਇਹ ਕੁਰਾਨ ਕਰੀਮ ਦੀ ਤਾਲੀਮ ਦੇਖ ਲਓ, ਸਰ ਇਹ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਦੀ ਤਾਲੀਮ ਦੇਖ ਲਓ। ਸਰ ਔਰਤਾਂ ਨੂੰ ਬੰਦੇ ਦੀ ਇੱਜ਼ਤ ਕਰਨੀ ਚਾਹੀਦੀ ਹੈ, ਔਰਤਾਂ ਨੂੰ ਆਪਣੇ ਮਕਾਮ ਦੇ ਮੁਤਾਬਕ ਰਹਿਣਾ ਚਾਹੀਦਾ ਹੈ। ਔਰਤਾਂ ਤੇ ਇੱਥੇ ਸਰ ਉਹਨਾਂ ਨੇ ਬੰਦੇ ਨੂੰ ਗੁਲਾਮ ਬਣਾਇਆ, ਬੰਦਿਆਂ ਨੂੰ ਦਬਾ ਕੇ ਰੱਖਿਆ। ਉੱਤੋਂ ਕੋਈ ਜਿਹੜੇ ਲੋਕੀ ਜਿਹੜੇ ਸੱਜੇ ਖੱਬੇ ਜਿਹੜੇ ਸਮਝਾਉਣ ਵਾਲੇ ਨੇ, ਉਹ ਵੀ ਮਾਸ਼ਾਅੱਲਾ ਵਿੱਚ ਆ ਜਾਂਦੇ ਨੇ। ਉਹ ਕਹਿੰਦੇ ਅਸੀਂ ਮਾਮੇ ਬੱਚਿਆਂ ਦੇ। ਉਹ ਯਾਰ ਬੁੱਢੀ ਦੇ ਭਰਾ ਬਣ ਜਾਂਦੇ। ਯਾਰ ਕੀ ਹੋ ਰਿਹਾ? ਖੁਦਾ ਦੇ ਵਾਸਤੇ ਖੁਦਾ ਤਾਲਾ ਦੀ ਜਿਹੜੀ ਤਾਲੀਮ ਹੈ, ਜੋ ਤਾਲੀਮ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਨੇ ਦਿੱਤੀ ਹੈਗੀ, ਉਹਦੇ ਉੱਤੇ ਪੂਰਾ ਅਮਲ ਕਰੋ, ਉਹ 'ਤੇ ਅਮਲ ਕਰਨ ਦੀ ਕੋਸ਼ਿਸ਼ ਕਰੋ। ਆਪਣੇ ਕੋਲ ਐਕਸਟਰਾ ਵਿੱਚ ਨਾ ਲੈ ਕੇ ਆਓ। ਫਿਰ ਐਸੇ ਕੇਸ ਵੀ ਹੋਏ ਨੇ ਕਿ ਉਹਨਾਂ ਕਿਹਾ ਜੀ ਜਿਹੜੇ ਭਰਾ ਬਣਦੇ ਨੇ, ਜਿਹੜੇ ਜਨਰੇਟ ਹੁੰਦੇ ਨੇ, ਜਿਹੜੇ ਸਲਾਹੀ ਕਮੇਟੀ ਵਾਲੇ ਹੁੰਦੇ ਨੇ, ਉਹ ਦੱਸਦੇ ਨੇ ਬਾਜੀ ਤੁਸੀਂ ਇਹ 'ਤੇ ਕੇਸ ਕਰਾਓ, ਅੱਜ ਰਾਤੀ ਘਰ ਆਏਗਾ, ਉਹਨਾਂ ਇਹ ਵੀ ਕਰਨਾ, ਉਹ ਵੀ ਕਰਨਾ, ਸਭ ਕੁਛ ਕਰਨਾ ਜੋ ਇਸਲਾਮ ਨੇ ਤੁਹਾਨੂੰ ਇਜਾਜ਼ਤ ਦਿੱਤੀ ਹੈ ਨਾ। ਸੁਬਾਹ ਮੈਡੀਕਲ ਰਿਪੋਰਟ ਬਣ ਜਾਏਗੀ, ਜਾ ਕੇ ਡਾਕਟਰ ਨੂੰ ਦੇਣਾ, ਇਹਦੇ ਉੱਤੇ 7 ਸਾਲ ਦਾ ਕੇਸ ਹੋ ਜਾਏਗਾ। ਫਿਰ ਬਾਜੀ ਉਹਦੇ ਦਰਵਾਜ਼ੇ ਬੰਦ ਹੋ ਜਾਣਗੇ, ਉਹ ਜੇਲ੍ਹ 'ਚ ਬੰਦ ਹੋ ਜਾਏਗਾ। ਯਾਰ ਐਸੇ ਮੈਂ ਵਾਕਿਆ ਸੁਣੇ ਨੇ ਕਿ ਲੋਕੀ ਜੇਲ੍ਹ 'ਚ ਬੰਦ ਹੋਏ, ਅਗਲੇ ਅੱਧਾ ਦਾ ਕੁਰਾਨ ਹਿਫਜ਼ ਕਰਕੇ ਆ ਗਏ ਬਾਹਰ, ਐਸੇ ਚੱਕਰ 'ਚ।